ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬਹੁਤ-ਬਹੁਤ ਸਵਾਗਤ ਤੁਹਾਡਾ ਮੇਰੇ ਜੀਤ ਟੀਵੀ ਦੇ ਵਿੱਚ। ਤਾਂ ਅੱਜ ਜਿਸ ਟੌਪਿਕ ਦੇ ਉੱਪਰ ਮੈਂ ਗੱਲ ਕਰਨ ਜਾ ਰਹੀ ਹਾਂ ਕਿ ਇੱਕ ਬਹੁਤ ਹੀ ਕਰੰਟ ਇਸ਼ੂ ਹੈ ਕੈਨੇਡਾ ਦੇ ਵਿੱਚ। ਐਕਚੁਅਲੀ ਕੈਨੇਡਾ ਦੇ ਵਿੱਚ ਹੀ, ਕਿਉਂਕਿ ਬਾਕੀ ਕੰਟਰੀਆਂ ਦੇ ਵਿੱਚੋਂ ਇੰਨੀ ਜ਼ਿਆਦਾ ਪ੍ਰੋਬਲਮ ਸਾਹਮਣੇ ਨਹੀਂ ਆਉਂਦੀ। ਤਾਂ ਗੱਲ ਇੱਦਾਂ ਹੈ ਕਿ ਜਿਹੜੇ ਸਟੂਡੈਂਟਸ ਪੰਜਾਬ 'ਚੋਂ ਜਾਂਦੇ ਨੇ ਤਾਂ ਉਹਨਾਂ ਨੂੰ ਕੈਨੇਡਾ ਦੇ ਵਿੱਚ ਰੈਂਟ 'ਤੇ ਬੇਸਮੈਂਟ ਵੀ ਕਿਉਂ ਨਹੀਂ ਮਿਲ ਰਹੇ, ਜਾਂ ਰੈਂਟ 'ਤੇ ਅਗਰ ਉਹ ਅਪਾਰਟਮੈਂਟ ਵੀ ਲੈਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪ੍ਰੋਬਲਮ ਕਿਉਂ ਹੋ ਰਹੀ ਹੈ। ਤਾਂ ਅੱਜ ਮੈਂ ਤੁਹਾਨੂੰ ਇਹ ਗੱਲ ਦੱਸਾਂਗੀ ਕਿ ਕਿਉਂ ਲੋਕ ਰੈਂਟ 'ਤੇ ਘਰ ਨਹੀਂ ਦੇ ਰਹੇ। ਜਿਹੜੇ ਲੋਕ ਪੰਜਾਬ 'ਚੋਂ ਪੜ੍ਹਨ ਲਈ ਆਉਂਦੇ ਨੇ, ਸਟੂਡੈਂਟਸ ਨੇ ਜਿਹੜੇ, ਸਪੈਸ਼ਲੀ ਫੈਮਲੀਜ਼ ਨੂੰ ਤਾਂ ਪ੍ਰੋਬਲਮ ਨਹੀਂ ਹੁੰਦੀ। ਤਾਂ ਉਹ ਰੀਜ਼ਨ ਇਹ ਹੈ ਕਿ ਬਹੁਤ ਹੀ ਸਾਰੇ ਘਰਾਂ ਦੇ ਵਿੱਚ ਜਦੋਂ ਪੰਜਾਬੀ ਮੁੰਡੇ ਜਾਂ ਕੁੜੀਆਂ ਸਾਰੇ ਮਿਲ ਕੇ ਘਰ ਲੈ ਲੈਂਦੇ ਨੇ ਰੈਂਟ 'ਤੇ, ਕਿਉਂਕਿ ਐਕਚੁਅਲੀ ਇੱਦਾਂ ਹੁੰਦਾ ਹੈ ਕਿ ਇੱਕ ਬੰਦੇ ਦੇ ਨਾਂ 'ਤੇ ਘਰ ਦਾ ਐਗਰੀਮੈਂਟ ਹੁੰਦਾ ਹੈ ਜਾਂ ਅਪਾਰਟਮੈਂਟ ਦਾ ਐਗਰੀਮੈਂਟ ਹੁੰਦਾ ਹੈ, ਤਾਂ ਉਹ ਆਪਣੇ ਨਾਲ ਬਾਕੀ ਕਈ ਬੱਚਿਆਂ ਨੂੰ, ਕਈ ਸਟੂਡੈਂਟਸ ਨੂੰ ਸ਼ੇਅਰਿੰਗ ਦੇ ਬੇਸ 'ਤੇ ਆਪਣੇ ਨਾਲ ਰੱਖ ਲੈਂਦੇ ਨੇ, ਤਾਂ ਕਿ $1000 $1200 ਇੱਕ ਬੰਦੇ ਲਈ, ਇੱਕ ਬੱਚੇ ਲਈ, ਇੱਕ ਸਟੂਡੈਂਟ ਲਈ ਬਹੁਤ ਹੀ ਮੁਸ਼ਕਿਲ ਹੁੰਦਾ ਹੈ ਉਹ ਇੰਨਾ ਜ਼ਿਆਦਾ ਰੈਂਟ ਅਫੋਰਡ ਕਰਨਾ। ਤਾਂ ਅਗਰ 4 ਬੈੱਡਰੂਮ ਦਾ ਘਰ ਹੈ ਤਾਂ ਉਹ 7-8 ਜਣੇ ਮਿਲ ਕੇ ਉਸ ਚੀਜ਼ ਨੂੰ ਸ਼ੇਅਰ ਕਰ ਲੈਂਦੇ ਨੇ, ਤਾਂ ਕਿ ਉਹਨਾਂ ਦਾ ਖਰਚਾ ਜਿਹੜਾ ਹੈ ਵੰਡਿਆ ਜਾਵੇ। ਅਗਰ $200 ਜਾਂ $250 $300 ਵੀ ਮਹੀਨੇ ਦਾ ਤੁਹਾਡਾ ਖਾਣੇ ਪੀਣੇ ਦਾ, ਯੂਟਿਲਿਟੀਜ਼ ਦਾ ਐਂਡ ਰੈਂਟ ਦਾ ਜੋ ਹੁੰਦਾ ਖਰਚਾ, ਤਾਂ ਉਹ ਡਿਵਾਈਡ ਹੋ ਜਾਂਦਾ ਹੈ। ਤਾਂ ਉਹ ਚੀਜ਼ ਇੱਕ ਐਕਸੈਪਟੇਬਲ ਚੀਜ਼ ਸੀਗੀ, ਤਾਂ ਸਾਰੇ ਲੋਕ ਉਸ ਚੀਜ਼ ਨੂੰ ਐਕਸੈਪਟ ਕਰ ਰਹੇ ਸੀ। ਚਲੋ ਸਟੂਡੈਂਟਸ ਨੇ, ਪੜ੍ਹਨ ਲਈ ਆਏ ਨੇ, ਐਂਡ ਇੰਡੀਅਨ ਕਰੰਸੀ ਨੂੰ ਡਾਲਰਸ 'ਚ ਕਨਵਰਟ ਕਰਕੇ ਇੱਥੇ ਭੇਜਣਾ ਪੇਰੈਂਟਸ ਲਈ ਵੀ ਔਖਾ ਹੈ। ਤਾਂ ਸਟਾਰਟਿੰਗ 'ਚ ਲੋਕਾਂ ਨੇ ਕਾफ़ੀ ਐਡਜਸਟਮੈਂਟ ਕੀਤੀ, ਬਟ ਰੀਸੈਂਟਲੀ ਪਿਛਲੇ 3-4 ਸਾਲਾਂ ਤੋਂ ਇੱਕ ਚੀਜ਼ ਬਹੁਤ ਹੀ ਸਾਹਮਣੇ ਆ ਰਹੀ ਹੈ ਕਿ ਬਹੁਤ ਹੀ ਜ਼ਿਆਦਾ ਸਟੂਡੈਂਟ, ਕਿਉਂਕਿ ਕੈਨੇਡੀਅਨ ਗਵਰਨਮੈਂਟ ਦੇ ਅਨਾਊਂਸਮੈਂਟ ਦੇ ਬਾਅਦ 'ਚ ਕਿ ਕੈਨੇਡਾ 'ਚ ਪੜ੍ਹਨ ਲਈ ਆਓ, ਤਾਂ ਉਹ ਗਵਰਨਮੈਂਟ ਤੁਹਾਡੇ ਭਵਿੱਖ ਲਈ ਨਹੀਂ ਸੋਚਦੀ, ਗਵਰਨਮੈਂਟ ਆਪਣੇ ਭਵਿੱਖ ਲਈ ਸੋਚਦੀ ਹੈ, ਕਿਉਂਕਿ ਤੁਹਾਡੀ ਫੀਸ ਦਾ ਇੱਕ ਬਹੁਤ ਵੱਡਾ ਹਿੱਸਾ ਕੰਟਰੀ ਦੀ ਡਿਵੈਲਪਮੈਂਟ ਵਿੱਚ ਐਂਡ ਇਕੋਨੋਮੀ ਗਰੋਥ ਦੇ ਵਿੱਚ ਜਾਂਦਾ ਹੈ। ਤਾਂ ਉਸ ਬੇਸ 'ਤੇ ਹਰ ਇੱਕ ਕੰਟਰੀ ਦੇ ਗਵਰਨਮੈਂਟਸ ਐਕਚੁਅਲੀ ਇਨਵਾਈਟ ਕਰਦੇ ਨੇ ਸਟੂਡੈਂਟਸ ਨੂੰ। ਤਾਂ ਸਟੂਡੈਂਟਸ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਟੱਡੀ ਵੀਜ਼ਾ ਜਿਹੜਾ ਹੁੰਦਾ ਹੈ ਉਹ ਤੁਹਾਨੂੰ ਇੰਨੀ ਅਥੋਰਿਟੀ ਦਿੰਦਾ ਹੈ ਕਿ ਤੁਸੀਂ ਆਪਣੀ ਕੰਟਰੀ ਨੂੰ ਛੱਡ ਕੇ ਦੂਸਰੀ ਕੰਟਰੀ ਦੇ ਵਿੱਚ ਸਿਰਫ ਸਟੱਡੀ ਕਰਨ ਲਈ ਹੀ ਜਾ ਸਕਦੇ ਹੋ। ਐਂਡ ਸਟੱਡੀ ਵੀਜ਼ੇ ਦੇ ਰੂਲ ਹੁੰਦੇ ਨੇ ਕਿ ਤੁਹਾਨੂੰ ਪਾਰਟ ਟਾਈਮ 20 ਆਵਰਸ ਜਿਹੜੀ ਹੈ ਸਟੱਡੀ ਦੇ ਨਾਲ ਕੰਮ ਕਰਨ ਦੀ ਪਰਮਿਸ਼ਨ ਹੁੰਦੀ ਹੈ। ਐਂਡ ਜਦੋਂ ਛੁੱਟੀਆਂ ਹੁੰਦੀਆਂ ਨੇ, ਕਾਲਜ ਬੰਦ ਹੁੰਦੇ ਨੇ, ਤਾਂ ਤੁਹਾਨੂੰ 40 ਆਵਰਸ ਕੰਮ ਕਰਨ ਦੀ ਪਰਮਿਸ਼ਨ ਹੁੰਦੀ ਹੈ ਮੈਕਸਿਮਮ। ਬੱਚੇ ਬਹੁਤ ਜ਼ਿਆਦਾ ਕੰਮ ਵੀ ਕਰਦੇ ਨੇ, ਚਲੋ ਠੀਕ ਹੈ, ਕੈਸ਼ ਇਨ ਹੈਂਡ 'ਤੇ ਕੰਮ ਕਰ ਲੈਂਦੇ ਨੇ। ਬਟ ਇੱਥੇ ਗੱਲ ਕਰ ਰਹੇ ਹਾਂ ਕਿ ਘਰ ਤੁਹਾਨੂੰ ਰੈਂਟ 'ਤੇ ਕਿਉਂ ਨਹੀਂ ਮਿਲਦੇ। ਉਹ ਇਸ ਕਰਕੇ ਪ੍ਰੋਬਲਮ ਕਰ ਰਹੀ ਹੈ, ਲੋਕਾਂ ਨੂੰ ਪ੍ਰੋਬਲਮ ਹੋ ਰਹੀ ਹੈ ਕਿ ਜਦੋਂ ਇੱਕ ਚੀਜ਼, ਸਭ ਤੋਂ ਖਰਾਬ ਚੀਜ਼ ਹੈ, ਮੈਂ ਆਪਣੇ ਪੁਰਾਣੇ ਕਈ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਗਾਲਾਂ ਨਾ ਕੱਢਿਆ ਕਰੋ। ਤਾਂ ਜਿਹੜੇ ਸਟੂਡੈਂਟਸ ਮੁੰਡੇ ਨੇ ਜਾਂ ਕੁੜੀਆਂ ਨੇ ਜਿਹੜਾ ਆ ਕੇ ਘਰ ਲੈ ਲੈਂਦੇ ਨੇ, ਚਾਹੇ ਅਸੀਂ ਪੰਜਾਬ 'ਚ ਹਾਂ, ਚਾਹੇ ਅਸੀਂ ਇੰਡੀਆ ਦੇ ਕਿਸੇ ਕੋਨੇ 'ਚ ਹਾਂ, ਚਾਹੇ ਅਸੀਂ ਕਿਸੇ ਹੋਰ ਕੰਟਰੀ ਜਾਂ ਕੈਨੇਡਾ, ਅਮਰੀਕਾ, ਇੰਗਲੈਂਡ, ਕਿਸੇ ਵੀ ਕੰਟਰੀ 'ਚ ਹਾਂ, ਤਾਂ ਇੱਕ ਚੀਜ਼ ਪੱਕੀ ਹੈ ਕਿ ਜਿਨ੍ਹਾਂ ਨੇ ਆਪਣੇ ਘਰ ਬਣਾਏ ਨੇ ਉਹਨਾਂ ਨੇ ਬਹੁਤ ਹੀ ਹਾਰਡ ਵਰਕ ਕਰਕੇ, ਕਈ ਘੰਟੇ ਕੰਮ ਕਰਕੇ, ਕੈਸ਼ ਇਨ ਹੈਂਡ ਕੰਮ ਕਰਕੇ, ਉਹਨਾਂ ਨੇ ਸਿਰਫ ਕੰਮ ਹੀ ਕੀਤਾ ਹੈ ਪ੍ਰੋਪਰਟੀਆਂ ਬਣਾਉਣ ਲਈ, ਤਾਂ ਕਿ ਉਹਨਾਂ ਨੂੰ ਕੁਛ ਇਨਕਮ ਇੱਦਾਂ ਦੀ ਹੋਏ ਕਿ ਬੁਢਾਪੇ ਦੇ ਵਿੱਚ ਇੱਕ ਸਾਈਡ ਇਨਕਮ ਵਾਂਗੂ ਜਿਹੜਾ ਇੱਕ ਸੋਰਸ ਆਫ ਇਨਕਮ ਕ੍ਰੀਏਟ ਹੋਏ। ਤਾਂ ਉਹਦੇ ਲਈ ਤੁਹਾਨੂੰ ਰੈਂਟ 'ਤੇ ਘਰ ਦਿੰਦੇ ਨੇ। ਐਂਡ ਉਹਦੇ ਬਾਵਜੂਦ ਤੁਹਾਡੀ ਇੱਕ ਰਿਸਪੋਂਸੀਬਿਲਿਟੀ ਹੁੰਦੀ ਹੈ ਕਿ ਅਗਰ ਤੁਸੀਂ ਕਿਸੇ ਦੀ ਪ੍ਰੋਪਰਟੀ ਰੈਂਟ 'ਤੇ ਲਈ ਹੈ ਤਾਂ ਉਸ ਪ੍ਰੋਪਰਟੀ ਦੀ ਤੁਸੀਂ ਦੇਖਭਾਲ ਕਰਨੀ ਹੈ। ਸਭ ਤੋਂ ਪਹਿਲੀ ਚੀਜ਼ ਕਿ ਉਹਨੂੰ ਆਪਣਾ ਸਮਝਣਾ ਹੈ। ਤਾਂ ਹੁਣ ਆਪਣਾ ਸਮਝਣਾ ਹੈ ਕਿ ਪ੍ਰੋਪਰਟੀ ਦੇ ਵਿੱਚ ਜੋ ਚੀਜ਼ਾਂ ਲੱਗੀਆਂ ਨੇ, ਜੋ ਇਕੁਇਪਮੈਂਟਸ ਨੇ, ਜੋ ਟੋਇਲਟਰੀ ਆਈਟਮਸ ਲੱਗੇ ਹੋਏ ਨੇ, ਜੋ ਕਿਚਨ ਦੇ ਵਿੱਚ ਜੋ ਕਿਚਨ ਦੇ ਆਈਟਮ ਨੇ, ਤੁਸੀਂ ਉਹਨਾਂ ਦੀ ਤੋੜ ਫੋੜ ਨਹੀਂ ਕਰਨੀ, ਪਹਿਲੀ ਗੱਲ ਇਹ। ਦੂਸਰੀ ਗੱਲ ਇਹ ਕਿ ਜਿਹੜੀ ਚੀਜ਼ਾਂ ਲੱਗੀਆਂ ਹੋਈਆਂ ਉਹਨਾਂ ਨੂੰ ਤੁਸੀਂ ਸਾਫ਼ ਸੁਥਰਾ ਰੱਖਣਾ, ਉਹਨਾਂ ਨੂੰ ਮੇਨਟੇਨ ਕਰਨਾ ਹੈ। ਕੋਈ ਚੀਜ਼ ਖਰਾਬ ਹੋ ਗਈ ਤਾਂ ਉਹਨੂੰ ਠੀਕ ਕਰਵਾਉਣੀ ਹੈ। ਮੈਂ ਇੱਦਾਂ ਦੇ ਬਹੁਤ ਸਾਰੇ ਘਰ ਦੇਖੇ ਨੇ ਜਿਹੜੇ ਸਟੂਡੈਂਟਸ ਨੂੰ ਰੈਂਟ 'ਤੇ ਦਿੱਤੇ ਹੋਏ ਸੀ, ਐਂਡ ਮੈਨੂੰ ਖੁਦ ਹੀ ਇਹ ਗੱਲ ਕਹਿੰਦੀ ਵਾਰੀ ਸ਼ਰਮ ਆ ਰਹੀ ਹੈ ਕਿ ਜਿਹੜੀ ਕੁੜੀਆਂ ਵੀ ਪੰਜਾਬ 'ਚੋਂ ਆਉਂਦੀਆਂ ਨੇ ਉਹਨਾਂ ਨੂੰ ਵੀ ਇੰਨਾ ਪਤਾ ਨਹੀਂ ਹੈ ਕਿ ਅਸੀਂ ਟੋਇਲਟ ਕਿੱਦਾਂ ਸਾਫ਼ ਰੱਖਣੇ ਹੈ। ਟੋਇਲਟ ਦੇ ਟਬਸ ਦੇ ਵਿੱਚ ਫੰਗਸ ਲੱਗੀ ਹੋਈ, ਔਰ ਟੋਇਲਟ ਸੀਟਸ ਇੰਨੇ ਜ਼ਿਆਦਾ ਖਰਾਬ ਕਿ ਇੰਡੀਆ 'ਚ ਵੀ ਨਹੀਂ ਹੋ ਸਕਦੇ। ਪਬਲਿਕ ਟੋਇਲਟਸ ਵੀ ਇੰਨੇ ਗੰਦੇ ਨਹੀਂ ਹੋ ਸਕਦੇ ਜਿੰਨੇ ਉਹਨਾਂ ਨੇ ਗੰਦੇ ਰੱਖੇ ਹੋਏ ਹੈ। ਐਂਡ ਦੂਸਰੀ ਇੱਕ ਹੋਰ ਚੀਜ਼ ਕਿ ਜਿਹੜਾ ਕਚਰਾ ਆਉਂਦਾ ਹੈ, ਚਲੋ ਇੰਡੀਆ 'ਚ ਤਾਂ ਅਸੀਂ ਬਾਹਰ ਸੁੱਟ ਦਿੰਦੇ ਹਾਂ, ਪਰ ਬਾਹਰਲੇ ਕੰਟਰੀਆਂ ਦੇ ਵਿੱਚ ਕਚਰਾ ਚੱਕਣ ਵਾਲੇ ਗੱਡੀਆਂ ਆਉਂਦੀਆਂ ਨੇ, ਤਾਂ
ਇਹਨਾਂ ਦਾ ਕੰਮ ਹੈ ਕਿ ਵੀਕ 'ਚ ਇੱਕ ਟਾਈਮ ਕਿਚਨ ਦਾ ਕਚਰਾ ਜਾਂ ਫਿਰ ਦੂਸਰੇ ਟਾਈਪ ਦਾ ਜਿਹੜਾ ਕਚਰਾ ਤਾਂ ਇਹਨਾਂ ਦਾ ਹੁੰਦਾ ਹੀ ਨਹੀਂ, ਇਹਨਾਂ ਦਾ ਘਰ ਦਾ ਹੀ ਕਚਰਾ ਹੋ ਸਕਦਾ ਹੈ, ਤਾਂ ਉਹ ਚੱਕ ਕੇ ਡਸਟਬਿਨ 'ਚ ਵਿਲੀ ਬਿਨ 'ਚ ਪਾ ਦੇਣ। ਪਰ ਉਹ ਲੋਕਾਂ ਕੋਲ ਇੰਨਾ ਵੀ ਟਾਈਮ ਨਹੀਂ ਹੁੰਦਾ ਕਿ ਅਸੀਂ ਕਚਰੇ ਨੂੰ ਚੱਕ ਕੇ ਡੰਪ ਕਰ ਦਈਏ ਬਾਹਰ ਗਾਰਬੇਜ ਬਾਕਸ 'ਚ, ਉਹ ਵੀ ਨਹੀਂ ਕਰਦੇ। ਇੱਥੇ ਤੱਕ ਕਿ ਸੈਨੀਟਰੀ ਨੈਪਕਿਨਸ ਬਿਖਰੇ ਹੋਏ, ਟੁੱਟੇ ਹੋਏ, ਖਿਲਰੇ ਹੋਏ ਘਰਾਂ ਦੇ ਵਿੱਚ ਦੇਖੇ ਟੋਇਲਟਸ, ਜਿਹੜੇ ਕਿਚਨ ਟਿਸ਼ੂਜ਼ ਨੇ, ਟੋਇਲਟ ਰੋਲਸ ਨੇ, ਜਿਹੜੇ ਉਹ ਯੂਜ਼ ਕਰਕੇ ਥੱਲੇ ਹੀ ਸਿੱਟੇ ਹੋਏ ਨੇ। ਐਂਡ ਇੰਨੀ ਖਰਾਬ ਕੰਡੀਸ਼ਨ ਟੋਇਲਟਸ ਦੀ ਕਿ ਓਨਰ ਰੈਂਟ 'ਤੇ ਘਰ ਦੇ ਕੇ ਅਗਰ ਉਹ ਚੀਜ਼ਾਂ ਵੀ ਖੁਦ ਸਾਫ਼ ਕਰਨ ਤਾਂ ਉਹ ਬਹੁਤ ਹੀ ਸ਼ਰਮ ਦੀ ਗੱਲ ਹੁੰਦੀ ਹੈ ਕਿ ਅਸੀਂ ਘਰ ਕਿਰਾਏ 'ਤੇ ਦੇ ਰਹੇ ਹਾਂ ਕਿ ਥੋੜ੍ਹੀ ਜਿਹੀ ਰਕਮ ਸਾਨੂੰ ਆਏ, ਸਾਨੂੰ ਸਪੋਰਟ ਹੋਏ। ਪਰ ਜਦੋਂ ਮੇਨਟੇਨੈਂਸ 'ਤੇ ਗੱਲ ਆਉਂਦੀ ਹੈ ਤਾਂ ਉਹ ਫਿਰ ਹਜ਼ਾਰਾਂ ਡਾਲਰਾਂ ਦੀ ਮੇਨਟੇਨੈਂਸ ਕਰਨੀ ਪੈਂਦੀ ਹੈ। ਵਾਲਪੇਪਰਸ ਤੁਸੀਂ ਫਾੜ ਦਿੰਦੇ ਹੋ, ਜਿਹੜਾ ਰੱਗ ਹੈ ਥੱਲੇ ਜਿਹੜਾ ਮੈਟ ਵਿਛਿਆ ਹੋਇਆ ਉਹ ਤੁਸੀਂ ਕਦੀ ਸਾਫ਼ ਹੀ ਨਹੀਂ ਕਰਨਾ, ਉਹ ਉੱਦਾਂ ਦਾ ਉੱਦਾਂ ਹੀ ਹੈ, ਉਹਨੂੰ ਰਿਪਲੇਸ ਕਰਵਾਉਣ 'ਚ ਖਰਚਾ ਹੁੰਦਾ ਹੈ। ਬਾਕੀ ਅਗਰ ਟੈਪ ਲੀਕਿੰਗ ਹੈ ਤਾਂ ਤੁਸੀਂ ਇਨਫੋਰਮ ਵੀ ਨਹੀਂ ਕਰਦੇ, ਔਰ ਟੈਪ ਲੀਕ ਹੋ ਕੇ ਜਿਹੜਾ ਹੈ ਉਹ ਯੂਜ਼ਸ ਦਾ ਬਿੱਲ ਅਲੱਗ ਆਉਂਦਾ ਐਂਡ ਵੇਸਟੇਜ ਦਾ ਬਿੱਲ ਅਲੱਗ ਹੁੰਦਾ, ਤਾਂ ਉਹ ਇੱਕ ਚੀਜ਼ ਆ ਗਈ। ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਮੇਨਟੇਨ ਇਸ ਕਰਕੇ ਨਹੀਂ ਕਰਦੇ ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਇੱਕ ਚੀਜ਼ ਭਰ ਚੁੱਕੀ ਹੈ ਕਿ ਅਸੀਂ ਤਾਂ ਬਹੁਤ ਵੱਡਾ ਤੀਰ ਮਾਰ ਲਿਆ ਕਿ ਸਾਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲ ਗਿਆ, ਤਾਂ ਹੁਣ ਅਸੀਂ ਕੈਨੇਡਾ ਜਾ ਕੇ ਅਸੀਂ ਜੋ ਮਰਜ਼ੀ ਕਰੀਏ, ਸਾਨੂੰ ਕੋਈ ਨਹੀਂ ਰੋਕ ਸਕਦਾ। ਔਰ ਅਸੀਂ ਇੱਕ ਬਹੁਤ ਹੀ ਵੱਡਾ ਮਤਲਬ ਕਿ ਵਿਨਰ ਹਾਂ ਕਿ ਸਾਨੂੰ ਵੀਜ਼ਾ ਲੱਗ ਗਿਆ, ਤਾਂ ਅਸੀਂ ਬਹੁਤ ਵੱਡਾ ਗ੍ਰੇਟ ਕੰਮ ਕਰ ਲਿਆ। ਪਰ ਇਹ ਚੀਜ਼ ਮੈਂ ਆਪਣੀ ਅਗਲੀ ਵੀਡੀਓ 'ਚ ਸਮਝਾਵਾਂਗੀ ਕਿ ਕਿਉਂ ਸਟੂਡੈਂਟਸ ਜਿਹੜਾ ਹੈ ਇੱਦਾਂ ਦਾ ਬਿਹੇਵ ਕਰਦੇ ਨੇ। ਇਹਨਾਂ ਨੂੰ ਕਲਾਸਿਸ ਅਗਰ ਜ਼ਰੂਰੀ ਨੇ, ਅਗਰ ਅਟੈਂਡ ਕਰ ਲਈਆਂ ਤਾਂ ਕਰ ਲਈਆਂ, ਬਟ ਜ਼ਿਆਦਾ ਤੋਂ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਕੰਮ ਕਰਨ ਲਈ, ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਈਏ। ਆਪਣੀ ਘਰਾਂ 'ਚ ਭੇਜਦੇ ਨੇ ਜਾਂ ਨਹੀਂ ਭੇਜਦੇ, ਜਿਹੜੇ ਲੋਕ ਭੇਜਦੇ ਨੇ ਤਾਂ ਠੀਕ ਹੈ, ਪਰ ਖਰਚੇ ਆਪਣੇ ਵੀ ਇੰਨੇ ਜ਼ਿਆਦਾ ਹੁੰਦੇ ਨੇ, ਫੀਸਾਂ ਭਰਨੀਆਂ ਪੈਂਦੀਆਂ ਨੇ, ਅਤੇ ਕੰਮ ਵੀ ਜ਼ਿਆਦਾ ਕਰਨਾ ਪੈਂਦਾ। ਉਹ ਕੰਮ ਇੰਨਾ ਜ਼ਿਆਦਾ ਬਿਜ਼ੀ ਕਰ ਲੈਂਦੇ ਨੇ ਕੰਮ ਦੇ ਵਿੱਚ ਆਪਣੇ ਆਪ ਨੂੰ ਕਿ ਘਰ ਦੀ ਸਾਫ਼ ਸਫਾਈ ਕਰਨਾ ਜ਼ਰੂਰੀ ਹੀ ਨਹੀਂ ਸਮਝਦੇ, ਐਂਡ ਜਿਹੜਾ ਗਾਰਬੇਜ ਹੈ ਉਹ ਚੱਕਣਾ ਜ਼ਰੂਰੀ ਨਹੀਂ ਸਮਝਦੇ। ਤਾਂ ਹੁਣ ਇਹ ਜੋ ਗੱਲਾਂ ਮੈਂ ਬੋਲੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਖਰਾਬ ਲੱਗਣੀਆਂ ਨੇ, ਕਿਉਂਕਿ ਮੈਂ ਸਟੂਡੈਂਟਸ ਦੀ ਹਮੇਸ਼ਾ ਸਪੋਰਟ ਕੀਤੀ ਹੈ ਐਂਡ ਮੈਂ ਲੋਕਾਂ ਨੂੰ ਵੀ ਇਹ ਰਿਕੁਐਸਟ ਕੀਤੀ ਹੈ ਕਿ ਇਹ ਨਵੇਂ ਨੇ ਤਾਂ ਆਪਾਂ ਇਹਨਾਂ ਦੀ ਹੈਲਪ ਕਰਨੀ ਹੈ। ਬਟ ਅਸੀਂ ਵੀ ਨਵੇਂ ਆਏ ਹਾਂ, ਅਸੀਂ ਵੀ ਮੀਡੀਅਮ ਕਲਾਸ ਫੈਮਿਲੀ 'ਚੋਂ ਆਏ ਹਾਂ, ਬਟ ਇੱਦਾਂ ਦਾ ਬਿਹੇਵੀਅਰ ਜੋ ਕਿ ਅੱਜ ਕੱਲ੍ਹ ਦੇ ਸਟੂਡੈਂਟਸ ਕਰ ਰਹੇ ਨੇ ਅਸੀਂ ਨਹੀਂ ਕੀਤਾ। ਅਸੀਂ ਵੀ ਆ ਕੇ ਸ਼ੇਅਰਿੰਗ 'ਤੇ ਰਹੇ ਹਾਂ, ਅਸੀਂ ਵੀ ਆ ਕੇ ਸਾਰਾ ਕੁਛ ਹੀ ਸਹਿਆ ਹੈ। ਪਰ ਇੱਕ ਚੀਜ਼ ਹੈ ਕਿ ਅਸੀਂ ਬਰਦਾਸ਼ਤ ਕੀਤਾ ਹੈ, ਲੋਕਾਂ ਨੇ ਸਾਡੇ ਨਾਲ ਗਲਤ ਕੀਤਾ ਐਂਡ ਅਸੀਂ ਉਹ ਚੀਜ਼ ਬਰਦਾਸ਼ਤ ਕੀਤੀ ਐਂਡ ਉਸ ਚੀਜ਼ 'ਚੋਂ ਨਿਕਲੇ ਹਾਂ। ਬਟ ਜੋ ਕਈ ਲੋਕ, ਸਾਰੇ ਸਟੂਡੈਂਟਸ ਇੱਦਾਂ ਦੇ ਨਹੀਂ ਪਰ ਜ਼ਿਆਦਾਤਰ ਇੱਦਾਂ ਦੇ ਨੇ, ਤਾਂ ਉਹ ਚੀਜ਼ ਜੋ ਹੁਣ ਮੈਂ ਤੁਹਾਨੂੰ ਬੋਲ ਰਹੀ ਹਾਂ ਉਹ ਚੀਜ਼ ਤੁਹਾਨੂੰ ਰਿਫਲੈਕਟ ਕਰਦੀ ਹੈ ਕਿ ਤੁਸੀਂ ਕਿੱਦਾਂ ਦੀ ਬੈਕਗਰਾਊਂਡ 'ਚੋਂ ਆਏ ਹੋ, ਤੁਸੀਂ ਕਿੱਦਾਂ ਦੇ ਘਰਾਂ ਦੇ ਵਿੱਚੋਂ ਆਏ ਹੋ ਐਂਡ ਤੁਸੀਂ ਕੀ ਬਿਹੇਵ ਕਰ ਰਹੇ ਹੋ, ਤੁਸੀਂ ਆਪਣਾ ਸਿਸਟਮ, ਆਪਣਾ ਕਲਚਰ, ਆਪਣੇ ਖਾਨਦਾਨ ਦਾ ਨਾਮ ਕਿੱਦਾਂ ਰੋਸ਼ਨ ਕਰ ਰਹੇ ਹੋ। ਕਾਮਯਾਬ ਤਾਂ ਤੁਸੀਂ ਉਦੋਂ ਹੋਵੋਗੇ ਜਦੋਂ ਤੁਹਾਨੂੰ ਪੀਆਰ ਮਿਲ ਜਾਏਗੀ। ਜਿਹੜੇ ਲੋਕ ਤਾਂ ਪੀਆਰ ਦੇ ਚੱਕਰ 'ਚ ਪਏ ਨੇ, ਸਟੂਡੈਂਟਸ ਜਿਹੜੇ ਇਲੀਗਲ ਨਹੀਂ ਹੋਏ, ਜਿਨ੍ਹਾਂ ਨੇ ਆਪਣਾ ਵੀਜ਼ਾ ਖਰਾਬ ਨਹੀਂ ਕੀਤਾ, ਉਹਨਾਂ ਨੂੰ ਪਤਾ ਹੈ ਕਿ ਪੀਆਰ ਕਿੱਦਾਂ ਮਿਲਦੀ ਹੈ ਐਂਡ ਸਿਟੀਜ਼ਨਸ਼ਿਪ ਕਿੱਦਾਂ ਮਿਲਦੀ ਹੈ ਐਂਡ ਉਹਦੇ ਲਈ ਫਿਰ ਕਿੱਦਾਂ ਰੂਲਸ ਫੋਲੋ ਕਰਨੇ ਪੈਂਦੇ ਨੇ, ਕਿਉਂਕਿ ਰੂਲਸ ਫੋਲੋ ਕੀਤੇ ਬਿਨਾਂ ਕੋਈ ਵੀ ਕੰਟਰੀ 'ਚ ਤੁਹਾਨੂੰ ਜਗ੍ਹਾ ਨਹੀਂ ਹੈਗੀ। ਅਸਾਈਲਮ ਕਿੰਨੇ ਕੁ ਲੋਕਾਂ ਨੂੰ ਮਿਲ ਜਾਏਗੀ ਐਂਡ ਜਦੋਂ ਠੀਕ ਠਾਕ ਤੁਸੀਂ ਆਉਂਦੇ ਉਹਦੇ ਬਾਅਦ 'ਚ ਤੁਹਾਨੂੰ ਅਸਾਈਲਮ ਕਿੰਨੇ ਕੁ ਲੋਕਾਂ ਨੂੰ ਮਿਲ ਵੀ ਜਾਂਦੀ ਹੈ। ਐਂਡ ਕਈ ਲੋਕ ਤਾਂ ਡਰੱਗ 'ਚ ਪੈ ਜਾਂਦੇ ਨੇ ਐਂਡ ਜਿੱਦਾਂ ਦੀ ਹਰਕਤਾਂ ਕਰੰਟਲੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਉਹ ਕੋਈ ਹੋਸ਼ 'ਚ ਠੀਕ ਠਾਕ ਬੰਦਾ ਇੱਦਾਂ ਦੀ ਹਰਕਤਾਂ ਨਹੀਂ ਕਰ ਸਕਦਾ। ਉਹ ਚੀਜ਼ ਵੀ ਸਮਝ ਆਉਂਦੀ ਹੈ ਕਿ ਤੁਸੀਂ ਕੈਨੇਡਾ ਪਹੁੰਚ ਕੇ ਆਪਣਾ ਜਿਹੜਾ ਗੈਂਗਸਟਰ ਕਲਚਰ ਹੈ, ਆਪਣਾ ਜਿਹੜਾ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ, ਇੱਕ ਇਮੈਚਿਓਰ ਪ੍ਰਦਰਸ਼ਨ ਕਰ ਰਹੇ ਹੋ ਕਿ ਤੁਹਾਡੇ ਦਿਮਾਗ ਬਿਲਕੁਲ ਕੰਮ ਨਹੀਂ ਕਰਦੇ। ਮੇਰੇ ਕੋਲ ਇੱਕ ਚਾਂਸ ਸੀਗਾ ਹੁਣ ਲਾਸਟ ਮੰਥ 5 ਦਿਨ ਲਈ ਮੈਂ ਪੰਜਾਬ ਜਾਣਾ ਸੀ, ਪਰ ਮੈਨੂੰ ਇੰਨੀ ਜ਼ਿਆਦਾ ਇਨਸਿਕਿਉਰਿਟੀ ਹੋਈ ਕਿ ਗੱਲ ਕੌਣ ਸਮਝੇਗਾ, ਉੱਥੇ ਗੱਲ ਕਿਹਦੇ ਨਾਲ ਕਰਾਂਗੀ, ਕੌਣ ਸਮਝੇਗਾ। ਐਂਡ ਕਿਸੇ ਦੀ ਡੈਥ 'ਤੇ ਵੀ ਚਲੇ ਜਾਓ ਅਤੇ ਉੱਥੇ ਵੀ ਲੋਕ ਇਹ ਸੋਚਦੇ ਨੇ ਕਿ ਸਾਨੂੰ ਕੈਨੇਡਾ ਪਹੁੰਚਾ ਦਿਓ। ਤਾਂ ਇੱਦਾਂ ਦੇ ਤੁਸੀਂ ਸੋਚ ਰੱਖ ਕੇ, ਇੱਦਾਂ ਦੇ ਤੁਸੀਂ ਪਤਾ ਨਹੀਂ ਕਿੰਨੇ ਕੁ ਡਾਕੂਮੈਂਟਸ ਲਾ ਕੇ, ਪਤਾ ਨਹੀਂ ਕਿੱਦਾਂ ਦੀਆਂ ਚੀਜ਼ਾਂ ਤੁਸੀਂ ਕਰਕੇ ਕੈਨੇਡਾ ਤੱਕ ਪਹੁੰਚਦੇ ਹੋ। ਕੈਨੇਡਾ ਜਾਣ ਦੇ ਬਾਅਦ 'ਚ ਤੁਹਾਡੀ ਕੀ ਰੈਪੂਟੇਸ਼ਨ ਹੈ ਔਰ ਜੋ ਤੁਸੀਂ ਰੈਪੂਟੇਸ਼ਨ ਬਣਾ ਰਹੇ ਹੋ ਉਹਦਾ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਅਸਰ ਪਏਗਾ, ਇਹ ਚੀਜ਼ ਨੂੰ ਵੀ ਤੁਸੀਂ ਸਮਝਦੇ ਨਹੀਂ ਹੈਗੇ। ਜਿਹੜੇ ਲੋਕ ਉੱਥੇ ਪੁਰਾਣੇ ਪਹੁੰਚ ਚੁੱਕੇ ਨੇ, ਤੁਹਾਡੇ ਪਿੰਡਾਂ ਦੇ, ਤੁਹਾਡੇ ਯਾਰ ਦੋਸਤ, ਤੁਹਾਡੇ ਰਿਸ਼ਤੇਦਾਰ, ਉਹਨਾਂ ਕੋਲ ਅਗਰ ਪੇਪਰ ਹੈਗੇ ਨੇ ਤਾਂ ਉਹਨਾਂ ਦੇ ਕੋਲ ਪੀਆਰ ਹੋਣ ਦੇ ਬਾਅਦ, ਸਿਟੀਜ਼ਨਸ਼ਿਪ ਕਾਰਡ ਆਉਣ ਦੇ ਬਾਅਦ 'ਚ ਜਿਹੜਾ ਹੈ ਉਹ ਐਜ਼ ਅ ਸਿਟੀਜ਼ਨ
ਗਲਤ ਹਰਕਤਾਂ ਵੀ ਕਰਦੇ ਨੇ ਤਾਂ ਬਹੁਤ ਹੀ ਘੱਟ ਲੋਕ ਕਰਦੇ ਨੇ, ਜ਼ਿਆਦਾ ਨਹੀਂ ਕਰਦੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਇੱਥੇ ਤੱਕ ਕਿੱਦਾਂ ਪਹੁੰਚੇ ਹਾਂ। ਹਾਂ, ਜਿਹੜੇ ਬੱਚੇ ਬੋਰਨ ਐਂਡ ਬ੍ਰੌਟ ਅਪ ਨੇ ਕੈਨੇਡਾ 'ਚ ਉਹਨਾਂ ਦੀ ਗੱਲ ਛੱਡ ਕੇ, ਕਿਉਂਕਿ ਉਹਨਾਂ ਨੂੰ ਸੇਮ ਇਕੁਅਲ ਰਾਈਟ ਨੇ ਜਿਹੜੇ ਉੱਥੇ ਪੈਦਾ ਹੋਏ ਨੇ, ਐਂਡ ਉਹਨਾਂ ਨੂੰ ਇੰਨੀ ਸਟਰਗਲ ਵੀ ਨਹੀਂ ਹੋਈ ਜਿੰਨੀ ਆਪਾਂ ਲੋਕਾਂ ਨੂੰ ਸਟਰਗਲ ਕਰਨੀ ਪੈਂਦੀ ਹੈ। ਤਾਂ ਇਹ ਚੀਜ਼ ਪਤਾ ਨਹੀਂ ਤੁਸੀਂ ਕਦੋਂ ਸਮਝੋਗੇ, ਮੈਨੂੰ ਨਹੀਂ ਪਤਾ, ਬਟ ਇੱਕ ਸ਼ਰਮ ਦੀ ਗੱਲ ਹੈ ਕਿ ਚਲੋ ਸ਼ੇਅਰਿੰਗ ਕਰਨਾ ਹੈ, ਮੁੰਡੇ ਐਂਡ ਕੁੜੀਆਂ ਨੇ ਇੰਟਰਨੈਸ਼ਨਲ ਲੈਵਲ 'ਤੇ ਉਹ ਮੈਟਰ ਨਹੀਂ ਕਰਦਾ ਕਿ ਤੁਹਾਡੀ ਗਰਲਫ੍ਰੈਂਡ ਹੈ ਜਾਂ ਤੁਹਾਡਾ ਬॉयਫ੍ਰੈਂਡ ਹੈ, ਇਟ ਡਜ਼ਨਟ ਮੈਟਰ। ਬਟ ਇੱਕ ਚੀਜ਼ ਮੈਟਰ ਕਰਦੀ ਹੈ, ਤੁਹਾਡੇ ਰਹਿਣ ਸਹਿਣ ਤੋਂ, ਤੁਹਾਡੇ ਬੋਲਚਾਲ ਤੋਂ, ਤੁਹਾਡੇ ਬਿਹੇਵੀਅਰ ਤੋਂ ਤੁਸੀਂ ਆਪਣੇ ਕਲਚਰ ਨੂੰ, ਆਪਣੇ ਸਿਸਟਮ ਨੂੰ, ਆਪਣੀ ਐਜੂਕੇਸ਼ਨ ਨੂੰ ਰਿਫਲੈਕਟ ਕਰਦੇ ਹੋ। ਤਾਂ ਉਹ ਕੀ ਰਿਫਲੈਕਸ਼ਨ ਦੇ ਰਹੇ ਹੋ ਤੁਸੀਂ ਕੈਨੇਡੀਅਨ ਗਵਰਨਮੈਂਟ ਨੂੰ? ਤੁਸੀਂ ਕੀ ਰਿਫਲੈਕਸ਼ਨ ਦੇ ਰਹੇ ਹੋ? ਜੋ ਗਵਰਨਮੈਂਟ ਤੁਹਾਨੂੰ ਅਪੀਲ ਕਰ ਰਹੀ ਹੈ ਕਿ ਸਾਡੀ ਕੰਟਰੀ ਜਾ ਕੇ ਪੜ੍ਹੋ, 2 ਸਾਲ ਦੀ ਸਟੱਡੀ ਦੇ ਬਾਅਦ 2 ਸਾਲ ਫੁੱਲ ਟਾਈਮ ਵਰਕ ਪਰਮਿਟ ਦੇ ਬਾਅਦ ਤੁਹਾਨੂੰ ਰੈਜ਼ੀਡੈਂਸੀ ਮਿਲਦੀ ਹੈ ਐਂਡ ਪੀਆਰ ਮਿਲਦੀ ਹੈ ਐਂਡ ਸਿਟੀਜ਼ਨਸ਼ਿਪ ਮਿਲਦੀ ਹੈ। ਇੰਨਾ ਸੌਖਾ ਜਿਹਾ 6-7 ਸਾਲ ਦਾ ਪ੍ਰੋਸੈਸ ਤੁਸੀਂ ਆਰਾਮ ਨਾਲ ਨਹੀਂ ਲੰਘਾ ਸਕਦੇ। ਤਾਂ ਤੁਹਾਡੀ ਇਹਨਾਂ ਹੀ ਜਿੱਦਾਂ ਦੇ ਕਰਕੇ ਤੁਹਾਡਾ ਇਹੀ ਜਿਹੜਾ ਸਟਬਨ ਬਿਹੇਵੀਅਰ ਹੈ ਕਿ ਅਸੀਂ ਨਹੀਂ ਕਿਸੇ ਚੀਜ਼ ਨੂੰ ਮੰਨਦੇ, ਅਸੀਂ ਨਹੀਂ ਕਿਸੇ ਚੀਜ਼ ਤੋਂ ਡਰਦੇ, ਸਾਨੂੰ ਕਿਹੜਾ ਕੋਈ ਡਰਾ ਲੇਗਾ, ਕਿਹੜਾ ਕਾਨੂੰਨ ਹੈ ਜੇਲ੍ਹਾਂ 'ਚ ਬੰਦ ਕਰ ਦੇਗਾ। ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਜੇਲ੍ਹਾਂ 'ਚ ਬੰਦ ਹੋਣ ਲਈ ਜਾਂ ਤੁਹਾਡੇ 'ਤੇ ਅਟੈਂਪਟ ਟੂ ਮਰਡਰ ਜਾਂ ਕਿਸੇ ਕੰਟਰੀ ਦੇ ਕਾਨੂੰਨ ਨੂੰ ਬਰੋਚ ਕਰਨ ਲਈ, ਉਹਨੂੰ ਤੋੜਨ ਲਈ ਜੋ ਤੁਹਾਡੇ 'ਤੇ ਧਾਰਾ ਚੱਲਦੀਆਂ ਨੇ, ਚਾਰਜ ਤੁਹਾਨੂੰ ਲੱਗਦੇ ਨੇ, ਤੁਸੀਂ ਉਹਨਾਂ ਨਾਲ ਲੜੋ। ਤਾਂ ਫਿਰ ਤੁਸੀਂ ਇੱਕ ਕ੍ਰਿਮੀਨਲ ਰਿਕਾਰਡ ਆਪਣਾ ਬਣਾਓ ਐਂਡ ਰਿਕਾਰਡ ਬਣਾਉਣ ਦੇ ਬਾਅਦ 'ਚ ਫਿਰ ਤੁਸੀਂ ਉਸ ਰਿਕਾਰਡ ਤੋਂ ਨਿਕਲਣ ਲਈ ਹਜ਼ਾਰਾਂ ਡਾਲਰ ਤੁਸੀਂ ਖਰਚ ਕਰੋ, ਲੱਖਾਂ ਡਾਲਰ ਐਕਚੁਅਲੀ, ਕਈ ਸਾਲ ਤੱਕ ਤੁਹਾਡੇ ਕੇਸ ਚੱਲਦੇ ਰਹਿਣ। ਤਾਂ ਤੁਸੀਂ ਅਗਰ ਇਹ ਸੋਚ ਕੇ ਆ ਰਹੇ ਹੋ ਤਾਂ ਫਿਰ ਤੁਸੀਂ ਬੈਟਰ ਹੈ ਨਾ ਪੰਜਾਬ 'ਚ ਹੀ ਰਹੋ, ਕਿਉਂਕਿ ਉੱਥੇ ਤਾਂ ਚਲੋ